ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਸੰਕਟ ਦੀਆਂ ਘੜੀਆਂ। ਸੰਸਾਰ ਵਿੱਚ ਚੜ੍ਹਦੇ ਸੂਰਜ ਨੂੰ ਪੂਜਣ ਵਾਲਿਆਂ ਦੀ ਗਿਣਤੀ ਨਾਲੋਂ ਡੁੱਬਦੇ ਸੂਰਜ ਨੂੰ ਵੇਖਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਪੂਜਾ ਤੇ ਅਰਦਾਸ ਸਾਡੇ ਅੰਦਰਲੇ ਸੰਕਟਾਂ ਦੇ ਬਾਹਰਲੇ ਪ੍ਰਗਟਾਵੇ ਹਨ। ਬੇਵਸੀ ਸਾਨੂੰ ਅਰਦਾਸ ਦੇ ਮਾਰਗ ਵੱਲ ਪ੍ਰੇਰਦੀ ਹੈ। ਸੰਕਟ ਸੂਚਨਾ ਦਿੰਦਾ ਹੈ ਕਿ ਸਿਦਕ ਅਜੇ ਪੂਰੀ ਤਰ੍ਹਾਂ ਬਲਵਾਨ ਨਹੀਂ ਹੋਇਆ। ਸੰਕਟ ਸਾਨੂੰ ਆਪਣੇ ਨਿਆਸਰੇਪਨ ਦੀ ਸੋਝੀ ਦਿੰਦੇ ਹਨ। ਰੱਬ ਭਾਵੇਂ ਮਨੁੱਖ ਦੀ ਕਲਪਨਾ ਹੀ ਹੋਵੇ, ਪਰ ਸੰਸਾਰ ਵਿੱਚ ਰੱਬ ਦੀ ਪੂਜਾ ਇਸ ਲਈ ਹੁੰਦੀ ਹੈ ਕਿਉਂਕਿ ਉਹ ਸਭ ਪ੍ਰਕਾਰਾਂ ਦੇ ਸੰਕਟਾਂ ਤੋਂ ਮੁਕਤ ਹੈ। ਬੱਚਿਆਂ ਨੂੰ ਸੰਕਟ ਦੀ ਸੋਝੀ ਨਹੀਂ ਹੁੰਦੀ ਕਿਉਂਕਿ ਬੱਚਿਆਂ ਨੂੰ ਸੱਚਾਈ ਤੇ ਸੁਪਨੇ ਵਿਚਲਾ ਅੰਤਰ ਪਤਾ ਨਹੀਂ ਹੁੰਦਾ। ਬੱਚੇ ਨਹੀਂ ਜਾਣਦੇ ਕਿ ਮਰ ਗਿਆ ਜੀਵ ਵਾਪਸ ਨਹੀਂ ਆਉਂਦਾ। ਬੱਚਿਆਂ ਦੇ ਆਲੇ ਦੁਆਲੇ ਅਗਿਆਨਤਾ ਦਾ ਇੱਕ ਵਾਤਾਵਰਣ ਪਸਰਿਆ ਹੁੰਦਾ ਹੈ। ਜਿਵੇਂ ਪੁਲ ਦਰਿਆ ਦੇ ਕਿਨਾਰੇ ਨਾਲੋਂ ਨਾਤਾ ਨਹੀਂ ਤੋੜ ਸਕਦਾ, ਉਵੇਂ ਹੀ ਅਸੀਂ ਵੀ ਜਿਉਂਦੇ ਜੀ ਇਸ ਧਰਤੀ ਨੂੰ ਨਹੀਂ ਛੱਡ ਸਕਦੇ। ਉਂਝ ਤਾਂ ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ, ਉਸ ਦੀ ਸੂਝ ਹੀ ਉਹਦਾ ਅੰਤਲਾ ਸਹਾਰਾ ਬਣਦੀ ਹੈ। ਪਰ ਕਈ ਵਾਰੀ ਉਹ ਕੁਝ ਵੀ ਵਾਪਰ ਜਾਂਦਾ ਹੈ ਜਿਸ ਨੂੰ ਅਸੀਂ ਕਦੇ ਚਿਤਵਿਆ ਨਹੀਂ ਹੁੰਦਾ, ਅਤੇ ਅਜਿਹੀਆਂ ਘੜੀਆਂ ਵਿੱਚ ਸਾਡੀ ਸੂਝ ਵੀ ਸਾਡਾ ਸਾਥ ਛੱਡ ਜਾਂਦੀ ਹੈ। ਉਂਝ ਤਾਂ ਜ਼ਿੰਦਗੀ ਆਪਣੇ ਖਰਾਦ ਉੱਤੇ ਸਾਡੇ ਨਕਸ਼ ਨਿਰੰਤਰ ਘੜਦੀ ਰਹਿੰਦੀ ਹੈ, ਪਰ ਕਈ ਵਾਰੀ ਸਾਡੀ ਹਾਲਤ ਅੱਖ ਵਿੱਚ ਰੁਕੇ ਅੱਥਰੂ ਵਾਲੀ ਹੋ ਜਾਂਦੀ ਹੈ। ਜ਼ਿੰਦਗੀ ਦੀ ਮਾਲ ਰੂਟ 'ਤੇ ਅਸੀਂ ਇਕੱਲੇ ਰਹਿ ਜਾਂਦੇ ਹਾਂ। ਜਦੋਂ ਸਾਡਾ ਸਾਰਾ ਗਿਆਨ ਤੇ ਲੰਮੇ ਜੀਵਨ ਅਨੁਭਵ ਤੋਂ ਪ੍ਰਾਪਤ ਹੋਈ ਸਿਆਣਪ ਨਿਰਰਥਕ ਜਾਪਣ ਲੱਗ ਪੈਂਦੀ ਹੈ, ਤਾਂ ਉਹ ਘੜੀ ਸੰਕਟ ਦੀ ਘੜੀ ਹੁੰਦੀ ਹੈ। ਅਜੋਕਾ ਜੀਵਨ ਅਤੇ ਜੀਵਨ ਦਾ ਹਰ ਖੇਤਰ ਸੰਕਟਾਂ ਦੀ ਸੰਘਣੀ ਅਵਸਥਾ ਵਿੱਚੋਂ ਲੰਘ ਰਿਹਾ ਹੈ। ਜਿਉਂ-ਜਿਉਂ ਮਨੁੱਖ ਦੇ ਸੰਕਟ ਵੱਧ ਰਹੇ ਹਨ, ਤਿਉਂ-ਤਿਉਂ ਉਸ ਦਾ ਆਪਣੇ ਆਪ ਵਿੱਚ ਵਿਸ਼ਵਾਸ ਖੁਰਦਾ ਜਾ ਰਿਹਾ ਹੈ। ਦੋ ਮਹੱਤਵਪੂਰਨ ਅਵਸਥਾਵਾਂ ਦੇ ਵਿਚਕਾਰਲੇ ਸਮੇਂ ਨੂੰ ਸੰਕਟ ਕਹਿੰਦੇ ਹਨ। ਇਹ ਲਾਚਾਰੀ ਦੀ ਉਹ ਅਵਸਥਾ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਜਾਂ ਸਮੂਹ ਦੀ ਹੋਂਦ ਹੀ ਖਤਰੇ ਵਿੱਚ ਪੈ ਜਾਵੇ। ਨਿਰਵਿਘਨ ਚੱਲਦੇ ਜੀਵਨ ਵਿੱਚ ਅਚਾਨਕ ਉਬਾਲ ਆਉਂਦਾ ਹੈ ਅਤੇ ਕੁਝ ਕਰਨ ਦੀ ਫੌਰੀ ਲੋੜ ਦੇ ਬਾਵਜੂਦ ਕੁਝ ਵੀ ਕਰ ਸਕਣ ਵਿੱਚ ਅਸਮਰਥਾ ਮਹਿਸੂਸ ਹੁੰਦੀ ਹੈ। ਸਥਿਤੀ ਉੱਤੇ ਕਾਬੂ ਘਟ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਸੰਕਟ ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਨਾਲ ਨਜਿੱਠਣ ਲਈ ਪ੍ਰਾਪਤ ਢੰਗ ਤਰੀਕੇ ਨਾਕਾਫੀ ਤੇ ਬੇਅਸਰ ਸਾਬਤ ਹੁੰਦੇ ਹਨ। ਜਦੋਂ ਨਵੇਂ ਢੰਗ ਤਰੀਕੇ ਲੱਭ ਲਏ ਜਾਂਦੇ ਹਨ ਅਤੇ ਸਮਰੱਥਾ ਵਧਾ ਲਈ ਜਾਂਦੀ ਹੈ, ਤਾਂ ਸੰਕਟ ਵਿੱਚ ਮੋੜ ਪੈ ਜਾਂਦਾ ਹੈ ਤੇ ਹੌਲੀ-ਹੌਲੀ ਇਹ ਹੱਲ ਹੋ ਜਾਂਦਾ ਹੈ। ਇਵੇਂ ਸੰਤੁਲਨ ਦੇ ਵਿਗੜਨ ਤੋਂ ਲੈ ਕੇ ਸੰਤੁਲਨ ਦੇ ਮੁੜ ਸਥਾਪਿਤ ਹੋਣ ਤੱਕ ਦਾ ਵਿਚਕਾਰਲਾ ਸਮਾਂ ਸੰਕਟ ਦਾ ਸਮਾਂ ਅਖਵਾਉਂਦਾ ਹੈ। ਸੰਕਟ ਪ੍ਰਤੀ ਸਭ ਤੋਂ ਪਹਿਲਾ ਹੁੰਗਾਰਾ ਸੰਕਟ ਨੂੰ ਟਾਲਣ ਦਾ ਹੁੰਦਾ ਹੈ। ਜਾਗੀਰਦਾਰੀ ਸਮਾਜਿਕ ਪ੍ਰਣਾਲੀ ਦੀ ਸਮੁੱਚੀ ਪਹੁੰਚ ਜੀਵਨ ਨੂੰ ਸੰਕਟ ਮੁਕਤ ਕਰਕੇ ਨਿਰਵਿਘਨ ਬਣਾਉਣ ਦੀ ਸੀ, ਜਦਕਿ ਸੰਕਟ ਪੂੰਜੀਵਾਦੀ ਆਰਥਿਕ ਪ੍ਰਣਾਲੀ ਦਾ ਇੱਕ ਸਥਾਈ ਅੰਗ ਹੈ। ਮਨੁੱਖ ਦੇ ਇਤਿਹਾਸ ਵਿੱਚ ਜਾਇਦਾਦੀ ਸਬੰਧਾਂ ਨੇ ਅਣਗਿਣਤ ਸੰਕਟ ਉਸਾਰੇ ਹਨ। ਜੀਵਨ ਸਰਲ ਤੋਂ ਗੁੰਝਲਦਾਰ ਹੋ ਗਿਆ ਹੈ ਤੇ ਇਸ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਸ ਸਥਿਤੀ ਵਿੱਚ ਸਰਲ ਸੋਚ ਵਾਲੇ ਵਿਅਕਤੀ ਸਭਨੀ ਥਾਈਂ ਸੰਕਟ ਦਾ ਸ਼ਿਕਾਰ ਹਨ। ਇਕਹਿਰੀ ਤੇ ਸਰਲ ਸੋਚ ਵਾਲੇ ਵਿਅਕਤੀ ਪਹਿਲੇ ਵਾਲੀ ਸਹਿਜ ਸਥਿਤੀ ਮੁੜ ਬਹਾਲ ਕਰਨ ਦੇ ਯਤਨ ਕਰ ਰਹੇ ਹਨ, ਪਰ ਉਹਨਾਂ ਦਾ ਸੰਕਟ ਇਹ ਹੈ ਕਿ ਉਹ ਨਹੀਂ ਜਾਣਦੇ ਕਿ ਬੁਨਿਆਦੀ ਤਬਦੀਲੀਆਂ ਵਾਪਰ ਚੁੱਕੀਆਂ ਹਨ। ਲੰਘ ਗਏ ਮਹਾਂਪੁਰਸ਼ ਅਤੇ ਗ੍ਰੰਥ, ਭਾਵੇਂ ਉਹ ਕਿੰਨੇ ਵੀ ਮਹਾਨ ਕਿਉਂ ਨਾ ਹੋਣ, ਉਹ ਸਾਡੇ ਅਜੋਕੇ ਸੰਕਟ ਹੱਲ ਨਹੀਂ ਕਰ ਸਕਦੇ। ਇਤਿਹਾਸ ਦੇ ਤਾਣੇ ਪੇਟੇ ਨੂੰ ਉਸਾਰਨ ਵਿੱਚ ਰਾਜ, ਧਰਮ ਤੇ ਸੱਭਿਆਚਾਰ ਨੇ ਮਹਾਨ ਰੋਲ ਨਿਭਾਏ ਹਨ, ਪਰ ਹੁਣ ਇਹਨਾਂ ਵਿਚਕਾਰ ਆਪਸੀ ਸਬੰਧ ਸੰਤੁਲਨ ਤੇ ਸਹਿ ਹੋਣ ਦੀ ਥਾਂ ਵਿਗਾੜ ਤੇ ਵਿਰੋਧ ਵਾਲੇ ਸਥਾਪਿਤ ਹੋ ਚੁੱਕੇ ਹਨ। ਮਨੁੱਖ ਵਿੱਚ ਪਰਿਵਰਤਨ ਦੀ ਇੱਕ ਬੁਨਿਆਦੀ ਇੱਛਾ ਹੁੰਦੀ ਹੈ। ਇਸੇ ਕਾਰਨ ਉਹ ਬਦਲ ਕੇ ਪਹਿਨਦਾ ਤੇ ਖਾਂਦਾ ਹੈ। ਇਸੇ ਕਾਰਨ ਉਹ ਕੁਝ ਵਰ੍ਹਿਆਂ ਮਗਰੋਂ ਰਾਜ ਮਿਸਤਰੀ ਲਾ ਕੇ ਆਪਣੇ ਘਰ ਵਿੱਚ ਤਬਦੀਲੀਆਂ ਕਰਨ ਲੱਗ ਪੈਂਦਾ ਹੈ।
ਪਹਿਲੇ ਸਮਿਆਂ ਤੇ ਅਜੋਕੇ ਯੁੱਗ ਵਿਚਕਾਰ ਵੱਡਾ ਅੰਤਰ ਇਹ ਹੈ ਕਿ ਪਹਿਲਾਂ ਜਿਹੜੀਆਂ ਤਬਦੀਲੀਆਂ ਸਦੀਆਂ ਵਿੱਚ ਵਾਪਰਦੀਆਂ ਸਨ, ਉਹ ਹੁਣ ਸੰਕਟ ਦੇ ਕੁਝ ਹੀ ਮਹੀਨਿਆਂ ਵਿੱਚ ਵਾਪਰ ਜਾਂਦੀਆਂ ਹਨ। ਸੰਕਟ ਸਾਨੂੰ ਸਬਕ ਸਿਖਾਉਂਦੇ ਹਨ। ਸਾਡਾ ਗਿਆਨ ਇਹਨਾਂ ਸਬਕਾਂ ਦਾ ਹੀ ਸੰਗ੍ਰਹਿ ਹੁੰਦਾ ਹੈ। ਸੰਕਟ ਦੇ ਕਈ ਉਸਾਰੂ ਪੱਖ ਵੀ ਹਨ। ਸੰਕਟ ਸਾਨੂੰ ਨਿਗੁਣੇ ਅਤੇ ਮੁੱਲਵਾਨ ਵਿੱਚ ਨਿਖੇੜਾ ਕਰਨਾ ਸਿਖਾਉਂਦਾ ਹੈ। ਇਹ ਨਿਖੇੜਾ ਹੜ੍ਹ ਆਉਣ ਦੀ ਜਾਂ ਅੱਗ ਲੱਗਣ ਦੀ ਸਥਿਤੀ ਵਿੱਚ ਲੋਕਾਂ ਦੇ ਵਿਹਾਰ ਵਿੱਚ ਵੇਖਿਆ ਜਾ ਸਕਦਾ ਹੈ। ਉਹ ਕਿਹੜੀਆਂ ਚੀਜ਼ਾਂ ਵਸਤਾਂ ਨੂੰ ਬਚਾਉਂਦੇ ਹਨ, ਉਹਨਾਂ ਤੋਂ ਉਹਨਾਂ ਦੇ ਸੰਕਟ ਪ੍ਰਤੀ ਦ੍ਰਿਸ਼ਟੀਕੋਣ ਦਾ ਪਤਾ ਲੱਗ ਜਾਂਦਾ ਹੈ। ਦਰਸ਼ਨ, ਅਕਲ, ਸੂਝ ਤੇ ਸਿਆਣਪ ਸੰਕਟ ਦੇ ਸਮੇਂ ਤੇਜ਼ੀ ਨਾਲ ਪ੍ਰਫੁੱਲਤ ਹੁੰਦੇ ਹਨ। ਨਵੀਆਂ ਵੰਗਾਰਾਂ ਨਾਲ ਬਰ ਮੇਚਣ ਦੀ ਮਜਬੂਰੀ ਕਾਰਨ ਖੋਜ ਤੇ ਕੰਮ ਦੀ ਰਫ਼ਤਾਰ ਤੇਜ਼ ਹੁੰਦੀ ਹੈ। ਰੁਕਾਵਟਾਂ ਦੂਰ ਹੁੰਦੀਆਂ ਹਨ। ਅਟਕੇ ਤੇ ਰੁਕੇ ਹੋਏ ਨਿਰਣੇ ਝਟਪਟ ਲਏ ਜਾਂਦੇ ਹਨ। ਸੰਕਟ ਦੀ ਸਥਿਤੀ ਵਿੱਚ ਵਿਅਕਤੀ ਤੇ ਸਮਾਜ ਵਿਚਕਾਰ ਸੰਬੰਧ ਕੂਲੇ ਤੇ ਸੁਖਾਵੇਂ ਹੋ ਜਾਂਦੇ ਹਨ ਅਤੇ ਸਾਨੂੰ ਜ਼ਿੰਦਗੀ ਦੀ ਨਵੀਂ ਪਰਿਭਾਸ਼ਾ ਤੇ ਉਦੇਸ਼ ਲੱਭਦੇ ਹਨ। ਅਜੋਕਾ ਯੁੱਗ ਸੀਮਤ ਵਿਰੋਧਾਂ ਤੋਂ ਲੈ ਕੇ ਵਿਸ਼ਾਲ ਟਕਰਾਵਾਂ ਤੱਕ, ਰੋਜ਼ ਦੀਆਂ ਲੋੜਾਂ ਤੋਂ ਲੈ ਕੇ ਭਾਵੁਕ, ਸਮਾਜਿਕ, ਦਾਰਸ਼ਨਿਕ ਤੇ ਸੁਹਜਾਤਮਿਕ ਤ੍ਰਿਪਤੀਆਂ ਤੱਕ, ਅਰਥਾਤ ਜੀਵਨ ਦਾ ਹਰ ਖੇਤਰ ਕਿਸੇ ਨਾ ਕਿਸੇ ਸੰਕਟ ਦੀ ਪਕੜ ਵਿੱਚ ਹੈ। ਸਮਾਜ ਵਿਚਲੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸੰਕਟ ਨੇ ਪ੍ਰਭਾਵਿਤ ਕੀਤਾ ਹੋਇਆ ਹੈ। ਸਮਾਜ ਦਾ ਹਰ ਵਿਅਕਤੀ ਨਵੀਆਂ ਚੁਣੌਤੀਆਂ ਦੇ ਸਨਮੁਖ ਨਵੇਂ ਉੱਭਰੇ ਪ੍ਰਸ਼ਨਾਂ ਦੇ ਉੱਤਰ ਲੱਭਣ ਵਿੱਚ ਲੱਗਿਆ ਹੋਇਆ ਹੈ। ਹੁਣ ਸੰਕਟ ਦਾ ਅਧਿਐਨ ਕਰਨਾ ਤੇ ਸੰਕਟ ਨੂੰ ਹੱਲ ਕਰਨਾ ਵਿਦਿਅਕ ਸੰਸਥਾਵਾਂ ਵਿੱਚ ਇੱਕ ਵਿਸ਼ਾ ਬਣ ਗਿਆ ਹੈ। ਹਰ ਵਿਅਕਤੀ ਕੋਲ ਸੰਕਟ ਦੀ ਆਪਣੀ ਕੋਈ ਪਰਿਭਾਸ਼ਾ ਹੁੰਦੀ ਹੈ। ਇਸੇ ਲਈ ਬੱਚਿਆਂ ਦੀ ਅਣਹੋਂਦ ਇੱਕ ਸੰਕਟ ਹੈ। ਕਈਆਂ ਲਈ ਬੱਚਿਆਂ ਦੀ ਹੋਂਦ ਇੱਕ ਸੰਕਟ ਹੈ। ਕਈਆਂ ਲਈ ਸੁਹਾਗ ਰਾਤ ਹੀ ਇੱਕ ਸੰਕਟ ਹੈ। ਸਪਸ਼ਟ ਹੈ ਕਿ ਸੰਕਟ ਦਾ ਸੰਕਲਪ ਵੱਖਰੇ ਵੱਖਰੇ ਖੇਤਰਾਂ ਵਿੱਚ ਵੱਖਰੇ ਵੱਖਰੇ ਅਰਥਾਂ 'ਚ ਵਰਤਿਆ ਜਾਂਦਾ ਹੈ। ਕਲੇਸ਼, ਆਫਤ, ਮੁਸੀਬਤ, ਬਿਪਤਾ, ਡਰ, ਭੈ ਆਦਿ ਸ਼ਬਦ ਵੀ ਸੰਕਟ ਦੇ ਅਰਥਾਂ ਵਿੱਚ ਵਰਤ ਲਏ ਜਾਂਦੇ ਹਨ। ਨਿੱਕੇ ਮੋਟੇ ਸੰਕਟਾਂ ਲਈ ਅਸੀਂ ਸਮੱਸਿਆ ਸ਼ਬਦ ਆਮ ਵਰਤਦੇ ਹਾਂ। ਰੋਗ ਵਿਗਿਆਨ ਵਿੱਚ ਮਰੀਜ਼ ਦੀ ਹਾਲਤ ਵਿੱਚ ਅਚਾਨਕ ਵਾਪਰਿਆ ਮੋੜ ਸੰਕਟ ਅਖਵਾਉਂਦਾ ਹੈ। ਜੰਗ ਦੌਰਾਨ ਜਿੱਤ ਅਤੇ ਹਾਰ ਦੇ ਵਿਚਕਾਰਲੇ ਪਲ ਸੰਕਟ ਦੇ ਪਲ ਹੁੰਦੇ ਹਨ। ਰਿਸ਼ਤਾ ਨਾਤਾ ਪ੍ਰਬੰਧ ਵਿੱਚ ਵੰਡ ਵੰਡਾਓ ਜਾਂ ਛੱਡ ਛੁਡਾਓ ਵਾਲੀ ਸਥਿਤੀ ਸੰਕਟ ਅਖਵਾਉਂਦੀ ਹੈ। ਸਮਾਜ ਅਤੇ ਸੱਭਿਆਚਾਰ ਲਈ ਸੰਕਟ ਉਦੋਂ ਉਪਜਦਾ ਹੈ ਜਦੋਂ ਉਸ ਦੀ ਹੋਂਦ ਖਤਰੇ 'ਚ ਪੈ ਜਾਵੇ। ਕਈ ਵਾਰੀ ਅਸੀਂ ਸੰਕਟ ਨੂੰ ਟਾਲ ਦਿੰਦੇ ਹਾਂ, ਪਰ ਮਹਾਂ ਸੰਕਟ ਨੂੰ ਸਹੇੜ ਲੈਂਦੇ ਹਾਂ। ਯੂਨਾਨ ਤੇ ਰੋਮ ਉੱਤੇ ਤੁਰਕਾਂ ਦਾ ਹਮਲਾ, ਭਾਰਤ ਵਿੱਚ ਅੰਗਰੇਜ਼ਾਂ ਦਾ ਆਗਮਨ, ਫਰਾਂਸ ਦੀ ਲੋਕਤੰਤਰੀ ਪਰਿਵਰਤਨ, ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ, ਰੂਸ ਦਾ ਸਮਾਜਵਾਦੀ ਇਨਕਲਾਬ ਅਤੇ ਭਾਰਤ ਪਾਕਿਸਤਾਨ ਵੰਡ ਵੱਡ ਆਕਾਰੀ ਚਿਰਜੀਵੀ ਪ੍ਰਭਾਵਾਂ ਵਾਲੇ ਸੰਕਟ ਸਨ, ਜਿਨ੍ਹਾਂ ਦਾ ਪ੍ਰਭਾਵ ਅੱਜ ਵੀ ਪੈ ਰਿਹਾ ਹੈ। ਮਾਨਵ ਜਾਤੀ ਦਾ ਕੋਈ ਵੀ ਯੁੱਗ ਨਸ਼ਿਆਂ, ਚੋਰਾਂ, ਬੇਈਮਾਨਾਂ, ਠੱਗਾਂ, ਨਜਾਇਜ਼ ਸਬੰਧਾਂ ਆਦਿ ਤੋਂ ਸੁਤੰਤਰ ਨਹੀਂ ਹੋਇਆ। ਹਰ ਵਿਅਕਤੀ ਕਿਸੇ ਨਾ ਕਿਸੇ ਸੰਪਰਦਾਇ ਜਾਂ ਸੱਭਿਆਚਾਰ ਵਿੱਚ ਜਨਮ ਲੈਂਦਾ ਹੈ, ਜਿਸ ਦੇ ਨੇਮ ਉਹਦੇ ਵਿਹਾਰ ਨੂੰ ਨਿਸ਼ਚਿਤ ਕਰਦੇ ਹਨ ਅਤੇ ਸੰਕਟ ਦੇ ਦੌਰ ਵਿੱਚ ਮਨੁੱਖ ਦਾ ਸੱਭਿਆਚਾਰ ਹੀ ਉਸ ਦੀ ਧਰਵਾਸ ਤੇ ਢਾਲ ਬਣਦਾ ਹੈ। ਆਪਣੇ ਵਿਰਸੇ ਪ੍ਰਤੀ ਬੇਮੁਖ ਹੋਣਾ ਅਜੋਕੇ ਮਨੁੱਖ ਦੇ ਮਾਨਸਿਕ ਸੰਕਟ ਦਾ ਇੱਕ ਕਾਰਨ ਹੈ। ਵਧੇਰੇ ਵਿਸ਼ਲੇਸ਼ਣ ਨਾਲ ਸੰਬੰਧ ਵਿਗੜਦੇ ਹਨ। ਮਨੋਵਿਗਿਆਨਕ ਗਿਆਨ ਨਾਲ ਰਿਸ਼ਤੇ ਉਸਰੇ ਨਹੀਂ, ਟੁੱਟੇ ਹਨ। ਮਨੁੱਖ ਆਸਵੰਦ ਹੋ ਕੇ ਅਰਦਾਸ ਕਰਨ ਤੇ ਸੰਤੋਖਵਾਨ ਹੋ ਕੇ ਉਡੀਕਣ ਦੀ ਜਾਚ ਭੁੱਲ ਗਿਆ ਹੈ। ਬਦਲਾ ਲੈਣਾ ਛੋਟੇ ਆਦਮੀਆਂ ਦਾ ਵੱਡਾ ਉਦੇਸ਼ ਬਣ ਗਿਆ ਹੈ। ਇਨਕਲਾਬ ਜਿਹੋ ਜਿਹੇ ਹਾਕਮਾਂ ਤੋਂ ਛੁਟਕਾਰਾ ਪਾਉਂਦੇ ਹਨ, ਉਸ ਇਨਕਲਾਬ ਨੂੰ ਲਿਆਉਣ ਵਾਲੇ ਅੰਤ ਨੂੰ ਆਪ ਉਹੋ ਜਿਹੇ ਹੋ ਨਿਬੜਦੇ ਹਨ। ਹੁਣ ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਕਈਆਂ ਨੂੰ ਈਰਖਾ ਤੇ ਬਹੁਤਿਆਂ ਨੂੰ ਹੈਰਾਨੀ ਹੁੰਦੀ ਹੈ। ਹੁਣ ਵਿਆਹ ਕੀਤਾ ਨਹੀਂ ਜਾਂਦਾ, ਵਿਆਹ ਵਾਪਰਦਾ ਹੈ। ਉਂਝ ਤਾਂ ਸੰਕਟਾਂ ਦੀ ਗਿਣਤੀ ਤੇ ਵੰਨਗੀ ਅਣਗਿਣਤ ਹੈ,
ਪਰ ਕੁਝ ਬੁਨਿਆਦੀ ਸੰਕਟ ਹਨ ਜਿਹੜੇ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਹਨ। ਜਿਵੇਂ ਕੁਝ ਸੰਕਟ ਅਸੀਂ ਵਿਰਸੇ ਵਿੱਚ ਪ੍ਰਾਪਤ ਕਰਦੇ ਹਾਂ, ਕੁਝ ਸੰਕਟ ਅਸੀਂ ਆਪ ਸਿਰਜਦੇ ਹਾਂ, ਕੁਝ ਸੰਕਟ ਦੂਜੇ ਸਾਡੇ ਲਈ ਉਪਜਾਉਂਦੇ ਹਨ। ਹਰ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਕਮਜ਼ੋਰ ਹੈ ਤੇ ਉਸ ਨੂੰ ਕਿਸੇ ਤਕੜੇ ਦਾ ਭੈ ਹੈ। ਇਹ ਸਥਿਤੀ ਸਮੁੱਚੇ ਜੀਵ ਜੰਤੂ ਜਗਤ ਵਿੱਚ ਆਰ-ਪਾਰ ਫੈਲੀ ਹੋਈ ਹੈ। ਲੱਖਾਂ ਕਰੋੜਾਂ ਸਾਲਾਂ ਦੌਰਾਨ ਜੀਵਨ ਦਾ ਸਮੁੱਚਾ ਵਿਕਾਸ ਤਕੜੇ ਵੱਲੋਂ ਕਮਜ਼ੋਰ ਨੂੰ ਹੜੱਪ ਜਾਣ ਦੀ ਕਿਰਿਆ ਵਿੱਚੋਂ ਲੰਘਿਆ ਹੈ। ਮਨੁੱਖ ਦੇ ਮਨ ਵਿੱਚ ਭੈ ਇਸ ਪ੍ਰਕਿਰਿਆ ਦੀ ਯਾਦ ਉੱਤੇ ਉਸਾਰਿਆ ਹੋਇਆ ਹੈ। ਇਸ ਭੈ ਕਾਰਨ ਸਾਡੇ ਵਿਹਾਰ ਦਾ ਸੰਤੁਲਨ ਵਿਗੜਦਾ ਹੈ। ਭੈ ਅਨੇਕਾਂ ਸੰਕਟਾਂ ਦੀ ਕੁੱਖ ਹੋ ਨਿਬੜਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਭੈ ਇਹ ਹੈ ਕਿ ਉਸ ਕੋਲ ਜੋ ਕੁਝ ਹੈ ਉਹ ਉਸ ਤੋਂ ਖੋਹ ਲਿਆ ਜਾਏਗਾ। ਜਾਨਵਰ ਦੂਜੇ ਜਾਨਵਰਾਂ ਉੱਤੇ ਝਪਟਦੇ ਹਨ, ਪਰ ਮਨੁੱਖ ਆਪਣੀ ਸੋਚਣ ਸ਼ਕਤੀ ਦੀ ਤਿੱਖੀ ਵਰਤੋਂ ਕਰਕੇ ਆਰਥਿਕ ਹਮਲਾ ਕਰਦਾ ਹੈ। ਲੁੱਟੇ ਜਾਣ ਦੇ ਇਸ ਭੈ ਕਾਰਨ ਹਰ ਯੁੱਗ ਵਿੱਚ ਕਾਨੂੰਨ ਘੜੇ ਗਏ ਹਨ, ਥਾਣੇ ਬਣਾਏ ਗਏ ਹਨ, ਜੇਲ੍ਹਾਂ ਉਸਾਰੀਆਂ ਗਈਆਂ ਹਨ। ਪਰ ਇਸ ਖੇਤਰ ਦੇ ਸੰਕਟ ਘਟਣ ਦੀ ਥਾਂ ਵੱਧ ਰਹੇ ਹਨ। ਸੰਕਟਾਂ ਦੀ ਜੇ ਸੂਚੀ ਬਣਾਈ ਜਾਵੇ ਤਾਂ ਬੁਢਾਪਾ ਸਮੁੱਚੀ ਮਾਨਵ ਜਾਤੀ ਦਾ ਇੱਕ ਸਾਂਝਾ ਬੁਨਿਆਦੀ ਸੰਕਟ ਹੈ। ਬੁਢਾਪਾ ਬਿਮਾਰੀ ਤੇ ਮੌਤ ਨਾਲ ਜੁੜੇ ਹੋਣ ਕਾਰਨ ਹੀ ਨਹੀਂ, ਸਗੋਂ ਨਰਕ ਦੇ ਡਰ ਕਾਰਨ ਦੁਖਦਾਈ ਹੈ। ਮਨੁੱਖ ਮੌਤ ਤੋਂ ਨਹੀਂ ਡਰਦਾ, ਮਰਨ ਤੋਂ ਡਰਦਾ ਹੈ। ਮੌਤ ਇਸ ਲਈ ਸੰਕਟਮਈ ਹੈ ਕਿਉਂਕਿ ਇਸ ਰਾਹੀਂ ਜ਼ਿੰਦਗੀ ਖੋਹ ਲਈ ਜਾਂਦੀ ਹੈ। ਬਿਮਾਰੀ ਦਾ ਸੰਕਟ ਹਰ ਕਿਸੇ ਨੂੰ ਘੇਰ ਲੈਂਦਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਜ਼ਿੰਦਗੀ ਤੇ ਮੌਤ ਵਿਚਕਾਰ ਨਿਰੰਤਰ ਸੰਘਰਸ਼ ਚੱਲਦਾ ਹੈ। ਸਮੇਂ ਦੇ ਬੀਤਣ ਨਾਲ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟਦੀ ਹੈ ਅਤੇ ਅੰਤ ਕੋਈ ਬਿਮਾਰੀ ਸੰਕਟ ਹੋ ਨਿਬੜਦੀ ਹੈ। ਬਿਮਾਰ ਹੋਣਾ ਮਾਨਵ ਜਾਤੀ ਦਾ ਸਾਂਝਾ ਅਨੁਭਵ ਹੈ। ਘਰ ਦੇ ਕਿਸੇ ਜੀਅ ਦਾ ਵਿਛੜ ਜਾਣਾ ਸੰਕਟ ਦੀ ਇੱਕ ਹੋਰ ਵੰਨਗੀ ਹੈ। ਆਪਣਿਆਂ ਦਾ, ਮਿੱਤਰ ਪਿਆਰਿਆਂ ਦਾ ਵਿਛੜਨਾ ਦੁਖਦਾਈ ਹੁੰਦਾ ਹੈ। ਦੁਸ਼ਮਣਾਂ ਦਾ ਵਿਛੜਨਾ ਵੀ ਕਿਸੇ ਪੱਖੋਂ ਸੁਖਦਾਈ ਨਹੀਂ ਹੁੰਦਾ। ਕਿਸੇ ਮਿੱਤਰ ਪਿਆਰੇ ਨਾਲੋਂ ਵਿਛੜਨ ਵੇਲੇ ਸਾਡੇ ਵਿੱਚ ਪਾਗਲਪਣ ਵਾਲੀ ਸਥਿਤੀ ਵਾਪਰਦੀ ਹੈ। ਤਲਾਕ ਦੇ ਝਗੜੇ ਬੜੇ ਦੁਖਦਾਈ ਹੁੰਦੇ ਹਨ ਕਿਉਂਕਿ ਦੋਵੇਂ ਧਿਰਾਂ ਆਪਣੇ ਜ਼ਖਮਾਂ ਨੂੰ ਭਰਨ ਤੋਂ ਪਹਿਲਾਂ ਹੀ ਖੁਰਚ ਕੇ ਆਪਣੇ ਆਪ ਨੂੰ ਮੁੜ ਲਹੂ ਲੁਹਾਨ ਕਰ ਲੈਂਦੀਆਂ ਹਨ। ਜਿਨ੍ਹਾਂ ਨੇ ਇਹ ਸੰਕਟ ਭੁਗਤਿਆ ਹੈ ਜਾਂ ਭੁਗਤ ਰਹੇ ਹਨ, ਇਸ ਦੀ ਚੀਜ਼ ਤੇ ਦਰਦ ਉਹੀ ਜਾਣਦੇ ਹਨ। ਤੋਹਮਤ ਲੱਗਣ ਦਾ ਡਰ, ਕੋਈ ਦੋਸ਼ ਲੱਗ ਜਾਣ ਦੀ ਸਥਿਤੀ, ਬੇਇੱਜ਼ਤੀ ਹੋ ਜਾਣ ਦੀ ਹਾਲਤ ਜਾਂ ਮਾਣ ਸਤਿਕਾਰ ਗੁਆਚ ਜਾਣਾ ਆਦਿ ਇੰਨਾ ਵੱਡਾ ਸੰਕਟ ਹੁੰਦਾ ਹੈ ਕਿ ਇਸ ਸਥਿਤੀ ਵਿੱਚ ਬਹੁਤੇ ਵਿਅਕਤੀ ਸਦਾ ਲਈ ਆਪਣਾ ਸੰਤੁਲਨ ਗੁਆ ਬੈਠਦੇ ਹਨ। ਲੋਕਾਂ ਦੀ ਟੀਕਾ ਟਿੱਪਣੀ ਤੋਂ ਡਰਦਿਆਂ ਅਸੀਂ ਆਪਣਾ ਰੰਗ ਰੂਪ ਬਦਲਣ ਲੱਗ ਪਏ ਹਾਂ। ਸਭ ਪ੍ਰਕਾਰ ਦੇ ਫੈਸ਼ਨ ਤੇ ਹਾਰ ਸ਼ਿੰਗਾਰ ਇਸ ਭਾਵਨਾ ਤੋਂ ਪ੍ਰੇਰਿਤ ਹਨ ਕਿ ਲੋਕ ਕੀ ਕਹਿਣਗੇ। ਅਜੋਕੇ ਯੁੱਗ ਵਿੱਚ ਕਈ ਨਵੇਂ ਸੰਕਟ ਉਪਜ ਪਏ ਹਨ, ਜਿਵੇਂ ਵਿਆਹ ਨਾ ਹੋਣ ਦੀ ਮੁਸੀਬਤ, ਬੱਚਾ ਨਾ ਹੋਣ ਦਾ ਸੰਕਟ, ਤੀਜੀ ਧੀ ਦੇ ਜਨਮ ਦਾ ਸੰਕਟ, ਬਦਲੀ ਹੋ ਜਾਣ ਦੀ ਸਥਿਤੀ, ਕੱਬੇ ਕਿਰਾਏਦਾਰਾਂ ਦਾ ਸੰਕਟ, ਬਦਲਾ ਲੈਣ ਲਈ ਕੋਈ ਮੌਕਾ ਨਾ ਮਿਲਣ ਦਾ ਸੰਕਟ, ਸੰਤਾਨ ਦੇ ਕੁਰਾਹੇ ਪੈ ਜਾਣ ਦਾ ਸੰਕਟ, ਬੇਰੁਜ਼ਗਾਰੀ ਦਾ ਸੰਕਟ, ਪਿਆਰ ਵਿੱਚ ਤਿਆਗੇ ਜਾਣ ਦਾ ਸੰਕਟ ਆਦਿ। ਸੰਕਟ ਦੇ ਪੱਖੋਂ ਹਰ ਵਿਅਕਤੀ ਦੀ ਸਥਿਤੀ ਨਿਵੇਕਲੀ ਹੈ। ਸਭ ਸੰਕਟਾਂ ਦਾ ਸਰਤਾਜ ਸੰਕਟ ਮੌਤ ਦਾ ਇੱਕ ਸੰਕਟ ਹੈ। ਆਪਣੀ ਮੌਤ ਦਾ ਸੰਕਟ, ਬ੍ਰਹਿਮੰਡ ਵਿੱਚ ਸਦਾ ਲਈ ਗੁਆਚ ਜਾਣ ਦਾ ਡਰ ਮਨੁੱਖ ਦੀ ਸਮੁੱਚੀ ਸ਼ਕਤੀ ਨੂੰ ਖੀਣ ਕਰ ਦਿੰਦਾ ਹੈ। ਪਰ ਕਿਉਂਕਿ ਇਹ ਸੰਕਟ ਸਭ ਨਾਲ ਵਾਪਰਦਾ ਹੈ ਤੇ ਇਸ ਤੋਂ ਬਚਾਓ ਦਾ ਕੋਈ ਉਪਾਅ ਨਹੀਂ ਹੈ ਅਤੇ ਇਹ ਸੰਕਟ ਸਾਨੂੰ ਸਭ ਸੰਕਟਾਂ ਤੋਂ ਮੁਕਤ ਕਰ ਦਿੰਦਾ ਹੈ, ਇਸ ਲਈ ਅਸੀਂ ਇਸ ਨੂੰ ਬਰਦਾਸ਼ਤ ਕਰਨ ਲਈ ਮਜਬੂਰੀ ਭਰੀ ਸਹਿਮਤੀ ਪ੍ਰਗਟਾਉਂਦੇ ਹਾਂ। ਹਰ ਸੰਕਟ ਦੇ ਕੇਂਦਰ ਵਿੱਚ ਭੈ ਹੁੰਦਾ ਹੈ ਤੇ ਭੈ ਦਾ ਸਰੋਤ ਅਗਿਆਨਤਾ ਹੈ। ਇਵੇਂ ਸੰਕਟ, ਭੈ ਤੇ ਅਗਿਆਨਤਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਵਿਦਿਆ ਤੇ ਗਿਆਨ ਸੰਕਟ ਵਿਰੁੱਧ ਲੜਨ ਲਈ ਤਲਵਾਰ ਤੇ ਢਾਲ ਬਣਦੇ ਹਨ। ਜਿਨ੍ਹਾਂ ਪੁਸਤਕਾਂ ਨੇ ਤੁਹਾਨੂੰ ਉਤਸ਼ਾਹ ਤੇ ਚਾਨਣ ਦਿੱਤਾ ਹੁੰਦਾ ਹੈ, ਉਹਨਾਂ ਵਰਗੀਆਂ ਹੋਰ ਪੁਸਤਕਾਂ ਪੜ੍ਹਨ ਨਾਲ ਅਸੀਂ ਸੰਕਟਾਂ ਨਾਲ ਲੜਨ ਦੀ ਆਪਣੀ ਸ਼ਕਤੀ ਵਧਾ ਲੈਂਦੇ ਹਾਂ।
ਗਿਆਨ ਸਾਨੂੰ ਆਪਣੀਆਂ ਘਾਟਾਂ ਤੇ ਸ਼ਕਤੀਆਂ ਨਾਲ ਜਾਣ ਪਛਾਣ ਕਰਵਾਉਂਦਾ ਹੈ। ਜਦੋਂ ਅਸੀਂ ਆਪਣੀਆਂ ਘਾਟਾਂ ਪ੍ਰਤੀ ਸੁਚੇਤ ਹੁੰਦੇ ਹਾਂ ਤਾਂ ਅਸੀਂ ਦੂਜਿਆਂ ਬਾਰੇ ਫਤਵੇ ਦੇਣ ਤੋਂ ਸੰਕੋਚ ਕਰਦੇ ਹਾਂ। ਬਹਿਸ ਕਰਨੀ ਕਿਸੇ ਸ਼ਕਤੀ ਦਾ ਪ੍ਰਮਾਣ ਨਹੀਂ, ਆਪਣੀ ਕਮਜ਼ੋਰੀ ਦੀ ਗਵਾਹੀ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਸੰਕਟ ਦਾ ਟਾਕਰਾ ਕਰਨ ਦੀ ਸ਼ਕਤੀ ਵਧੇਰੇ ਹੁੰਦੀ ਹੈ। ਇਸਤਰੀਆਂ ਤਰਕ ਨਾਲ ਨਹੀਂ, ਆਪਣੀ ਅੰਤਰ ਚੇਤਨਾ ਨਾਲ ਫੈਸਲੇ ਕਰਦੀਆਂ ਹਨ। ਇਸੇ ਕਰਕੇ ਇਸਤਰੀਆਂ ਨੂੰ ਗਿਣ ਮਿੱਥ ਕੇ ਫੈਸਲੇ ਕਰਨੇ ਚੰਗੇ ਨਹੀਂ ਲੱਗਦੇ। ਉਹਨਾਂ ਦੇ ਪ੍ਰਤੀਕਰਮ ਭਾਵੁਕ ਤੇ ਸੁੱਚੇ ਹੁੰਦੇ ਹਨ। ਸੰਕਟ ਦੀ ਘੜੀ ਵਿੱਚ ਜੇ ਤੁਹਾਡੀ ਪਤਨੀ ਤੁਹਾਡੇ ਨਾਲ ਖਲੋਤੀ ਹੈ ਤਾਂ ਤੁਸੀਂ ਜੱਗ ਵਾਲੀ ਬਾਜ਼ੀ ਜਿੱਤ ਲਓਗੇ। ਵੇਖਿਆ ਗਿਆ ਕਿ ਪਤਨੀ ਦੀ ਮੌਤ ਉਪਰੰਤ ਪਤੀ ਬਹੁਤਾ ਚਿਰ ਜਿਉਂਦੇ ਨਹੀਂ ਰਹਿੰਦੇ, ਜਦੋਂ ਕਿ ਪਤੀ ਦੀ ਮੌਤ ਉਪਰੰਤ ਪਤਨੀ ਲੰਮਾ ਅਰਸਾ ਜਿਉਂਦੀ ਰਹਿੰਦੀ ਹੈ। ਇਸਤਰੀ ਆਪਣੀ ਸੰਤਾਨ ਉੱਤੇ ਨਿਰਭਰ ਹੋਣ ਨੂੰ ਆਪਣੀ ਹੇਠੀ ਨਹੀਂ ਸਮਝਦੀ, ਜਦਕਿ ਪੁਰਸ਼ ਆਪਣੀ ਸੰਤਾਨ ਉੱਤੇ ਨਿਰਭਰ ਹੋਣ ਨੂੰ ਆਪਣੀ ਬੇਇੱਜ਼ਤੀ ਦੇ ਰੂਪ ਵਿੱਚ ਵੇਖਦਾ ਹੈ। ਇਸਤਰੀ ਦਾ ਸਮੁੱਚਾ ਜੀਵਨ ਅਨੇਕਾਂ ਸਰੀਰਕ ਸੰਕਟਾਂ ਨਾਲ ਭਰਿਆ ਪਿਆ ਹੈ, ਸੋ ਉਸ ਵਿੱਚ ਵੱਡੇ ਤੋਂ ਵੱਡੇ ਸੰਕਟ ਸਹਿਣ ਦੀ ਸ਼ਕਤੀ ਵਧੇਰੇ ਹੈ। ਆਪਣੇ ਸਾਹਮਣੇ ਉਹਨਾਂ ਵਿਅਕਤੀਆਂ ਦੀ ਉਦਾਹਰਨ ਰੱਖੋ ਜਿਨ੍ਹਾਂ ਨੇ ਸੰਕਟ ਦਾ ਸਾਹਮਣਿਓਂ ਟਾਕਰਾ ਕੀਤਾ, ਜਿਵੇਂ ਪੋਰਸ ਨੇ ਸਿਕੰਦਰ ਦਾ, ਜਿਵੇਂ ਸੁਕਰਾਤ ਨੇ ਆਪਣੇ ਸਮੇਂ ਦੀ ਹਕੂਮਤ ਦਾ, ਜਿਵੇਂ ਮਨਸੂਰ ਨੇ ਪੱਥਰ ਮਾਰਨ ਵਾਲੀ ਭੀੜ ਦਾ। ਤੁਹਾਨੂੰ ਆਲੇ ਦੁਆਲੇ ਵਿੱਚੋਂ ਸਭ ਪ੍ਰਕਾਰ ਦੀਆਂ ਉਦਾਹਰਨਾਂ ਮਿਲ ਜਾਣਗੀਆਂ। ਵੇਖੋ, ਤੁਹਾਡੇ ਆਲੇ ਦੁਆਲੇ ਵਿੱਚ ਜਿਹੜਾ ਵਿਅਕਤੀ ਅਸਫਲ ਹੈ ਉਹ ਕਿਉਂ ਅਸਫਲ ਹੋਇਆ, ਤੇ ਜਿਸ ਨੂੰ ਤੁਸੀਂ ਸਫਲ ਸਮਝਦੇ ਹੋ ਉਹ ਕਿਵੇਂ ਸਫਲ ਹੋਇਆ। ਪੀਂਘ ਨੂੰ ਰੱਸੀ ਦੇ ਟੁੱਟਣ ਦੇ ਡਰ ਨਾਲ ਨਾ ਵੇਖੋ, ਉਸਦੇ ਹੁਲਾਰੇ ਦੀ ਆਸ ਨਾਲ ਵੇਖੋ। ਹਰ ਸੰਕਟ ਦੇ ਕੁਝ ਕਾਰਨ ਹੁੰਦੇ ਹਨ। ਜਦੋਂ ਅਸੀਂ ਉਹਨਾਂ ਕਾਰਨਾਂ ਨੂੰ ਸਮਝ ਲੈਂਦੇ ਹਾਂ ਤਾਂ ਸਾਡੇ ਵਿੱਚ ਉਸ ਸੰਕਟ ਨਾਲ ਟਕਰਾਉਣ ਦੀ ਸ਼ਕਤੀ ਉਪਜ ਪੈਂਦੀ ਹੈ। ਕੁਝ ਵੀ ਅਚਾਨਕ ਨਹੀਂ ਵਾਪਰਦਾ। ਹਰ ਸੰਕਟ ਦੇ ਕਾਰਨ ਹੁੰਦੇ ਹਨ ਜਿਨ੍ਹਾਂ ਨੂੰ ਸਮਝ ਕੇ ਅਸੀਂ ਘਟਨਾਵਾਂ ਦਾ ਮੁਹਾਨ ਮੋੜ ਸਕਦੇ ਹਾਂ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਵੀ ਸਥਿਰ ਨਹੀਂ ਹੈ। ਮਾਨਵ ਜਾਤੀ ਸਾਹਮਣੇ ਆਇਆ ਹਰ ਸੰਕਟ ਗੁਜ਼ਰ ਗਿਆ ਹੈ। ਤੁਹਾਡਾ ਸੰਕਟ ਵੀ ਗੁਜ਼ਰ ਜਾਏਗਾ। ਉਡੀਕ, ਧੀਰਜ ਤੇ ਸਹਿਨਸ਼ੀਲਤਾ ਕਮਜ਼ੋਰੀ ਦੇ ਨਹੀਂ, ਸ਼ਕਤੀ ਦੇ ਪ੍ਰਤੀਕ ਹਨ। ਜਿਉਂ-ਜਿਉਂ ਹਨੇਰਾ ਸੰਘਣਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਸਵੇਰ ਨੇੜੇ ਆਉਂਦੀ ਜਾਂਦੀ ਹੈ। ਲੰਮੇ ਸੰਕਟ ਬਹੁਤੇ ਦੁਖਦਾਈ ਨਹੀਂ ਹੁੰਦੇ ਅਤੇ ਦੁਖਦਾਈ ਸੰਕਟ ਬਹੁਤੇ ਲੰਮੇ ਨਹੀਂ ਹੁੰਦੇ। ਕੁਦਰਤ ਕਦੀ ਵੀ ਤੁਹਾਡੀ ਸਮਰੱਥਾ ਨਾਲੋਂ ਵੱਡਾ ਸੰਕਟ ਤੁਹਾਨੂੰ ਨਹੀਂ ਪਾਏਗੀ। ਹਰ ਸੰਕਟ ਵਾਸਤਵ ਵਿੱਚ ਤੁਹਾਡੇ ਸਵੈ ਭਰੋਸੇ ਨੂੰ ਨਾਪਣ ਤੋਲਣ ਦਾ ਇੱਕ ਸਾਧਨ ਹੁੰਦਾ ਹੈ। ਸਵੈ ਭਰੋਸਾ ਸਰੀਰਕ ਸ਼ਕਤੀ ਵਿੱਚੋਂ ਨਹੀਂ, ਆਪਣੇ ਅੰਦਰਲੇ ਭਰੋਸੇ ਵਿੱਚੋਂ ਜਨਮਦਾ ਹੈ। ਨਿੰਦਾ ਤੇ ਚੁਗਲੀ ਅਤੇ ਬਦਲੇ ਦੀ ਭਾਵਨਾ ਸਾਡੇ ਸਵੈ ਭਰੋਸੇ ਨੂੰ ਕਮਜ਼ੋਰ ਕਰਦੇ ਹਨ, ਜਦੋਂ ਕਿ ਪ੍ਰਸ਼ੰਸਾ ਤੇ ਮਿਲਵਰਤਨ ਸਾਡੇ ਸਵੈ ਭਰੋਸੇ ਨੂੰ ਦ੍ਰਿੜ ਕਰਦੇ ਹਨ। ਅੰਤਲੇ ਰੂਪ ਵਿੱਚ ਹਰ ਸੰਕਟ ਦਾ ਟਾਕਰਾ ਸਾਨੂੰ ਇਕੱਲਿਆਂ ਹੀ ਕਰਨਾ ਪੈਂਦਾ ਹੈ। ਡਰਿਆ ਹੋਇਆ ਵਿਅਕਤੀ ਰੱਬ ਤੋਂ ਸੰਕਟ ਸਮੇਂ ਰੱਖਿਆ ਦੀ ਮੰਗ ਕਰਦਾ ਹੈ, ਜਦੋਂ ਕਿ ਸਵੈ ਭਰੋਸੇ ਵਾਲਾ ਵਿਅਕਤੀ ਰੱਬ ਪਾਸੋਂ ਸੰਕਟ ਨਾਲ ਜੂਝਣ ਦੀ ਆਗਿਆ ਮੰਗਦਾ ਹੈ ਅਤੇ ਉਹ ਜਿੱਤ ਦੇ ਨਿਸ਼ਚੇ ਨਾਲ ਲੜਦਾ ਹੈ। ਮਨੁੱਖ ਨੇ ਆਪਣੇ ਸਾਹਮਣੇ ਆਉਣ ਵਾਲੇ ਹਰ ਸੰਕਟ ਨੂੰ ਜਿੱਤਿਆ ਹੈ। ਜਿਨ੍ਹਾਂ ਦੀ ਨਜ਼ਰ ਅਮੀਰ ਹੁੰਦੀ ਹੈ ਉਹ ਸੰਕਟ ਵਿੱਚੋਂ ਵੀ ਸੰਭਾਵਨਾਵਾਂ ਲੱਭ ਲੈਂਦੇ ਹਨ। ਜਿਨ੍ਹਾਂ ਦੀ ਸੋਚ ਉੱਚੀ ਹੁੰਦੀ ਹੈ ਉਹ ਨਾ ਬੇਵਸ ਹੁੰਦੇ ਹਨ ਨਾ ਲਾਚਾਰ। ਉਹ ਜ਼ਾਲਮਾਂ ਲਈ ਤਲਵਾਰ ਤੇ ਕਮਜ਼ੋਰਾਂ ਲਈ ਢਾਲ ਬਣਦੇ ਹਨ। ਧੰਨਵਾਦ।